पंकज बंदन पाद पंकज बंदन स्मरोंगद दुख निकंदन। गुरु अमरदास जी हृदय नित त्याओ हृदय। श्री गुरु रामदास गुण गाओ। श्री अर्जन विघ्नन के नाशक विघ्नन के हर गोबिंद शुभ सुमत प्रकाशक। श्री हर राय जी नमो कर जोरी नमो। श्री हर कृष्ण मनावो बहोरी। गुरु तेग बहादुर साहिब जी परम कृपाला जी परम। श्री गुरु गोबिंद सिंह विशाला। धरों धरा पर पुन पुन सीसा जी पुन सीसा। नंदों बार बार जगदीशा। जिसमें अमृत ज्ञान है माणक भगत बैराग। श्री गुरु ग्रंथ साहिब उदद बंदों कर अनुराग। एकंकारा सतगुरु ते प्रसाद सच। वाहेगुरु जी की फतेह है। बिघ्न विनाशन सोए। जह डिठे मन तेरी है। खिल विख वंजन दूरे। सो क्यों विसरै माओ मैं जो रया भर पूरे। सो क्यों विसरै माओ मैं जो रया भर पूरे। सतनाम श्री वाहिगुरु साहिब जी। गुर मंदर मह जाए परवेसे। तन भूखन ले गए असेसे। जाम निशा जब चंद चर्यो है। गुर लै कर दल आन लर्यो है। परम सन्मान आवर साहिब कमाल बारगाहे इनायत के मालक कलयुगी जीवों के उद्धार करता साहिब सहाबा जोत रूप हार आप। महिमा दे मालक तन 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 गुरु पिता श्री गुरुदेव गुरु ग्रंथ साहिब जी दे महान बरकतमयी इनायतमयी श्री चरण कमलां च विराजमान गुरु प्यारी साध संगत। गुरुदेव जी दी महान इनायत दा सदका साडे सारियां दे सिर ते मेहरमतमयी रखे हथ दा सदका जीवन दा अज दा दिन भी प्राप्त होया। और इस नवे दिन दी जो नवे जन्म समान है शाम अजीजुल नवाज गनीमुल खराज पातशाह
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨ ਕਮਲਾਂ ਦੀ ਖਾਕ ਦੇ ਨਾਮ ਕਰਨਾ ਨਸੀਬ ਹੋਇਆ। ਸਤਿਗੁਰੂ ਜੀ ਦੇ ਦਰ ਤੋਂ ਨਿਵਾਜੇ ਹੋਏ ਕੀਰਤਨੀਆਂ ਤੋਂ ਬੜੇ ਪ੍ਰੇਮ ਰਸ ਵਿੱਚ ਸੋਦਰ ਚੌਂਕੀ ਦੇ ਕੀਰਤਨ, ਰਹਿਰਾਸ, ਆਰਤੀ ਅਤੇ ਅਰਦਾਸ ਵਿੱਚ ਆਪ ਜੀ ਨੇ ਹਾਜ਼ਰੀਆਂ ਭਰੀਆਂ। ਫਿਰ ਸਾਹਿਬ ਜੀ ਦੇ ਪਾਵਨ ਹੁਕਮਨਾਮੇ ਰਾਮਦਾਸ ਸਰੋਵਰ ਨਾਤੇ, ਸਭ ਉਤਰੇ ਪਾਪ ਕਮਾਤੇ ਹੁਕਮਨਾਮੇ ਝੋਲੀ 'ਚ ਪਾਏ ਹਨ। ਕੁਝ ਸਮਾਂ ਹੋਰ ਮੇਰੀਆਂ ਪੀਰੀਆਂ ਦੇ ਦਾਤੇ ਸਾਹਿਬੇ ਕਮਾਲ ਸਤਿਗੁਰੂ ਦਲ ਪੰਜਨ ਗੁਰ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ, ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਐਸੇ ਦੀਨ ਦਿਆਲ ਸਾਹਿਬ ਜੀ ਦੀਆਂ ਅੰਮ੍ਰਿਤ ਜੀਵਨ ਕਥੜੀਆਂ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ। ਗੁਰੂ ਇਤਿਹਾਸ ਵਿਚਾਰ ਰਾਹੀਂ ਗੁਰੂ ਦੀਦਾਰ ਪ੍ਰਾਪਤ ਹੋਵੇ। ਇਸ ਲਈ ਜਿਤਨੇ ਮਾਤਾ ਭਰਾਤਾ ਹਾਜ਼ਰੀ ਭਰ ਰਹੇ ਹੋ, ਪੇਸ਼ਤਰ ਬਹੁਤ ਹੀ ਅਦਬ ਸਹਿਤ ਦੋਹਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਕਮਲਾਂ ਤੇ ਟਿਕਿਆ ਹੈ ਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸਿਰ ਤੇ ਰੱਖਿਆ ਹੋਇਆ। ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ, ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਅੰਮ੍ਰਿਤ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਤੱਕ ਸਰਵਣ ਕਰਦਿਆਂ ਆਪਨੇ ਬੜੇ ਪਿਆਰ ਸਹਿਤ ਸਰਵਣ ਕੀਤਾ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸ੍ਰੀ ਤਰਨ ਤਾਰਨ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕਰਕੇ ਤੇ ਗੋਬਿੰਦਵਾਲ ਗੋਬਿੰਦਪੁਰੀ ਸਮ ਜਲਿਆਣ ਤੀਰ ਬਿਪਾਸ ਬਨਾਇਓ। ਗਇਓ ਦੁਖ ਦੂਰ ਬਰਖਨ ਕੋ ਸੋ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ। ਪਾਵਨ ਬਾਉਲੀ ਸਾਹਿਬ ਜੀ ਦਾ ਆਪਨੇ ਇਸ਼ਨਾਨ ਕੀਤਾ। ਸਿੱਖ ਸੈਨਿਕ ਸਰਦਾਲੂ ਪਿੱਛੇ ਖੜੇ ਰਹੇ, ਮਹਾਰਾਜ ਜੀ ਦੇ ਇਸ਼ਨਾਨ ਤੋਂ ਆਉਣ ਦਾ ਇੰਤਜ਼ਾਰ ਕਰਦੇ ਰਹੇ। ਸ੍ਰੀ ਗੋਇੰਦਵਾਲ ਸਾਹਿਬ ਐਸਾ ਪਵਿੱਤਰ ਅਸਥਾਨ ਹੈ, ਪਵਿੱਤਰ ਤੀਰਥ ਹੈ। ਹਜ਼ਾਰਾਂ ਜਨਮ ਕੋਈ ਲਵੇ ਤੇ ਹਜ਼ਾਰਾਂ ਵਾਰ 68 ਤੀਰਥਾਂ ਦੇ ਇਸ਼ਨਾਨ ਕਰੇ, ਉਹਨਾਂ ਸਾਰਿਆਂ ਤੋਂ ਜ਼ਿਆਦਾ ਫਲ ਝੋਲੀ 'ਚ ਪਏਗਾ ਜੇ ਇੱਕ ਵਾਰੀ ਸ੍ਰੀ ਗੋਇੰਦਵਾਲ ਸਾਹਿਬ ਹੋ ਕੇ ਆਵੇ। ਗੋਬਿੰਦਵਾਲ ਗੋਬਿੰਦਪੁਰੀ ਸਮ, ਸੱਚਖੰਡ ਸਮਾਨ ਹੈ ਸ੍ਰੀ ਗੋਇੰਦਵਾਲ ਸਾਹਿਬ। ਮਹਾਰਾਜ ਪਾਤਸ਼ਾਹ ਜੀ ਦਾ ਉਹ ਅਸਥਾਨ ਵੀ ਉੱਥੇ ਮੌਜੂਦ ਹੈ, ਬੌਲੀ ਸਾਹਿਬ ਤੋਂ ਲਹਿੰਦੇ ਪਾਸੇ, ਜਿੱਥੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜਨਮ ਹੋਇਆ। ਉਹ ਕੋਠੜੀ ਵੀ ਮੌਜੂਦ ਹੈ, ਜਿੱਥੇ ਖੇਲਦੇ ਖੇਲਦੇ ਆਪ ਗਏ ਤੇ ਨਾਨਾ ਹਜ਼ੂਰ ਗੁਰੂ ਅਮਰਦਾਸ ਜੀ ਦੀ ਮੰਜੀ ਨੂੰ ਹੱਥ ਪਾਇਆ। ਉਹ ਮੰਜੀ ਵੀ ਮੌਜੂਦ, ਉਹ ਚੁੱਲ੍ਹਾ ਚੌਂਕਾ ਸਭ ਕੁਝ ਮੌਜੂਦ ਹੈ, ਜਿੱਥੇ ਧੰਨ ਧੰਨ ਮਾਤ ਭਾਨੀ ਜੀ ਭੋਜਨ ਤਿਆਰ ਕਰਕੇ ਸਤਿਗੁਰੂ ਜੀ ਨੂੰ ਛਕਾਉਂਦੇ ਰਹੇ।
ਭਾਈ ਗੁਰਦਾਸ ਜੀ ਦਾ ਵੀ ਅਸਥਾਨ ਉੱਥੇ ਹੀ ਹੈ। ਉਹ ਖੂਹ ਵੀ ਮੌਜੂਦ ਹੈ ਜਿੱਥੋਂ ਜਲ ਵਰਤਿਆ ਜਾਂਦਾ ਰਿਹਾ। ਚੁੱਲ੍ਹੇ ਬਣੇ ਹੋਏ ਨੇ। ਕਦੀ ਆਪ ਜਾਓਗੇ ਤੇ ਉਸ ਕੋਠੜੀ ਦੇ ਦੀਦਾਰ ਜ਼ਰੂਰ ਕਰਨਾ। ਤੇ ਦੀਦਾਰ ਕਰਨ ਦਾ ਲਾਭ ਤਾਂ ਹੀ ਹੈ ਜੇ ਥੋੜ੍ਹੀ ਦੇਰ ਬੈਠ ਕੇ ਉੱਥੇ ਜਾਪ ਕਰੋ। ਵਾਹਿਗੁਰੂ 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 ਜਾਪ ਕਰੋ, ਫਿਰ ਉੱਥੇ ਬੈਠਣ ਦਾ ਪੂਰਾ ਲਾਭ ਮਿਲਦਾ ਹੈ। ਜੈਸੇ ਚਿਰਾਗ ਵਿੱਚ ਵੱਟੀ ਹੁੰਦੀ ਹੈ, ਤੇਲ ਹੁੰਦਾ ਹੈ, ਤੇ ਸਿਖਾ ਲਗਾ ਦਈਏ ਤੇ ਫਿਰ ਰੌਸ਼ਨੀ ਪ੍ਰਗਟ ਹੋ ਜਾਂਦੀ ਹੈ। ਇਹਨਾਂ ਗੁਰੂ ਅਸਥਾਨਾਂ ਤੇ ਮਹਾਨ ਬੰਦਗੀ ਦੀਆਂ ਤਰੰਗਾਂ, ਰੱਬੀ ਰਸ ਦੇ ਹੁਲਾਰੇ ਮੌਜੂਦ ਨੇ। ਥੋੜ੍ਹੀ ਦੇਰ ਬੈਠ ਕੇ ਜਾਪ ਹੋ ਜਾਏ। ਅੱਜ ਸਾਡੇ ਵਿੱਚੋਂ ਜਾਪ ਮੁੱਕਦਾ ਜਾ ਰਿਹਾ। ਪਹਿਲੀ ਗੱਲ ਤਾਂ ਅੰਮ੍ਰਿਤ ਵੇਲਾ ਹੀ ਮੁੱਕਦਾ ਜਾ ਰਿਹਾ। ਨਾ ਸਾਡਾ ਸੌਣ ਦਾ ਕੋਈ ਸਮਾਂ ਬਚਿਆ ਤੇ ਨਾ ਸਾਡਾ ਜਾਗਣ ਦਾ ਕੋਈ ਸਮਾਂ ਬਚਿਆ। ਅੰਮ੍ਰਿਤ ਵੇਲਾ ਵਿਰਲਿਆਂ ਦੇ ਭਾਗਾਂ ਵਿੱਚ ਰਹਿ ਗਿਆ ਤੇ ਜਿਨ੍ਹਾਂ ਨੂੰ ਮਿਲ ਜਾਂਦਾ ਉਹਨਾਂ ਬਾਰੇ ਸਾਹਿਬ ਜੀ ਦੇ ਬਚਨ ਨੇ, ਹਰ ਅੰਮ੍ਰਿਤ ਵੇਲੇ ਵੱਤੇ ਖਾ ਬੀਜਿਆ, ਭਗਤ ਖਾਏ ਖਰਚ ਰਹੇ ਨਿਖੁੱਟੇ ਨਾਹੀ। ਨਾਮ ਦੀ ਖੇਤੀ ਪ੍ਰਫੁੱਲਿਤ ਹੋਵੇ, ਜਿਵੇਂ ਧਾਨ ਝੋਨੇ ਦੀ ਖੇਤੀ ਬਰਸਾਤ ਵਿੱਚ ਪ੍ਰਫੁੱਲਿਤ ਹੁੰਦੀ ਹੈ। ਵੱਖ-ਵੱਖ ਖੇਤੀਆਂ ਦੇ ਵੱਖ-ਵੱਖ ਮੌਸਮ ਨੇ। ਇਸ ਤਰ੍ਹਾਂ ਨਾਮ ਦੀ ਖੇਤੀ ਪ੍ਰਫੁੱਲਿਤ ਹੋਣ ਦਾ ਸੁਭਾਗਾ ਸਮਾਂ ਅੰਮ੍ਰਿਤ ਵੇਲਾ ਹੈ। ਇਹ ਝੋਲੀ 'ਚ ਪੈ ਜਾਏ ਤੇ ਸਮਝੋ ਪਾਰ ਬ੍ਰਹਮ ਪਰਮੇਸ਼ਰ ਦੀ ਦਰਗਾਹ ਦੀਆਂ ਸਾਰੀਆਂ ਦਾਤਾਂ ਹੀ ਝੋਲੀ 'ਚ ਪੈ ਗਈ। ਭਗਤ ਸਿਰਮੌਰ ਭਗਤ ਕਬੀਰ ਕਹਿੰਦੇ ਨੇ, ਜੇ ਕਿਸੇ ਕਾਰਨ ਕਰਕੇ ਤੂੰ ਜਪ ਨਹੀਂ ਸਕਿਆ ਤੇ ਅੰਮ੍ਰਿਤ ਵੇਲੇ ਉੱਠ ਕੇ ਬੈਠ ਹੀ ਜਾ। ਬੈਠਣਾ ਹੀ ਬੜਾ ਕੁਝ ਹੋ ਜਾਂਦਾ ਹੈ। ਕਬੀਰ ਸੂਤਾ ਕਿਆ ਕਰੈਂ, ਬੈਠਾ ਰਹੋ ਅਰ ਜਾਗ, ਜਾ ਕੈ ਸੰਗ ਤੇ ਵਿਛੁੜਾ ਤਾਹੀ ਕੈ ਸੰਗ ਲਾਗ। ਕਿਉਂਕਿ ਉਸ ਨੂੰ ਪਤਾ ਹੈ ਬਈ ਅਜੇ ਜਾਪ ਦੀ ਦਾਤ ਮੈਂ ਇਹਦੀ ਝੋਲੀ 'ਚ ਨਹੀਂ ਪਾਈ, ਪਰ ਬੈਠਾ ਤਾਂ ਮੇਰੇ ਵਾਸਤੇ ਹੀ ਹੈ ਨਾ, ਮੇਰੇ ਇੰਤਜ਼ਾਰ 'ਚ, ਮੇਰੇ ਪਿਆਰ 'ਚ, ਮੇਰੇ ਹੀ ਸਤਿਕਾਰ 'ਚ ਬੈਠਾ ਹੈ। ਬੈਠਣਾ ਵੀ ਸੁਭਾਗਾ। ਨਿਤਨੇਮ ਕੋਈ ਮਾਮੂਲੀ ਦਾਤ ਨਹੀਂ ਹੈ ਬਈ ਬੰਦਾ ਆਪਣੇ ਬਲ ਨਾਲ ਕਰ ਲੈ, ਆਪਣੇ ਯਤਨ ਪੁਰਸ਼ਾਰਥ ਨਾਲ ਕਰ ਲੈ। ਨਿਤਨੇਮ ਸਾਰੇ ਭਗਤਾਂ ਦੀ ਭਗਤੀ ਦਾ ਸਾਰ ਤੱਤ ਗੁਰੂ ਸਾਹਿਬ ਨੇ ਨਿਤਨੇਮ ਵਿੱਚ ਰੱਖਿਆ ਹੋਇਆ। ਕਬੀਰ, ਨਾਮਦੇਵ, ਸਦਨਾ, ਤ੍ਰਿਲੋਚਨ ਸੈਣ, ਧੰਨਾ ਜੀ ਆਦਿਕ ਭਗਤਾਂ ਨੂੰ ਅਸੀਂ ਜਾਣਦੇ ਹਾਂ, ਪਰ ਜਿਹੜੇ ਆਦਿ ਕਾਲ ਵਿੱਚ ਸਤਜੁਗ ਵਿੱਚ ਵੀ ਭਗਤ ਹੋਏ, ਜਿਨ੍ਹਾਂ ਨੂੰ ਕੋਈ ਨਹੀਂ ਜਾਣਦਾ, ਉਹਨਾਂ ਨੇ ਵੀ ਜੋ ਬੰਦਗੀ ਕੀਤੀ ਹੈ ਉਹ ਬੰਦਗੀ ਦਾ ਸਾਰ ਤੱਤ ਸਾਹਿਬ ਜੀ ਨੇ ਨਿਤਨੇਮ 'ਚ ਰੱਖਿਆ ਹੋਇਆ। ਇਸ ਲਈ ਕਦੇ ਮਾਮੂਲੀ ਚੀਜ਼ ਨਾ ਸਮਝ ਲੈਣਾ ਤੇ ਤਿਆਗ ਨਾ ਦੇਣਾ ਕਿਧਰੇ। ਇਹ ਝੋਲੀ 'ਚ ਪੈ ਜਾਏ ਤੇ ਸਭ ਬਰਕਤਾਂ ਝੋਲੀ 'ਚ ਪੈ ਗਈਆਂ। ਕਹੋ ਨਾਨਕ ਜਿਸ ਠਾਕੁਰ ਪਾਇਆ, ਸਭ ਕਿਛ ਤਿਸਕੇ ਗ੍ਰਹਿਓ ਮੈਂ ਆਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਸਥਾਨ ਤੇ ਜਾਓ ਤੇ ਥੋੜ੍ਹੀ ਦੇਰ ਬੈਠ ਕੇ, ਜਿੱਥੇ ਥਾਂ ਮਿਲੇ ਬੈਠ ਜਾਓ। ਸਾਰਾ ਥਾਂ ਗੁਰੂ ਦਾ ਹੀ ਹੁੰਦਾ ਹੈ। ਪਰਿਕਰਮਾ ਵਿੱਚ ਜਗ੍ਹਾ ਮਿਲੇ ਉੱਥੇ ਬੈਠ ਜਾਓ, ਦੀਵਾਨ ਹਾਲ ਵਿੱਚ ਮਿਲੇ ਉੱਥੇ ਬੈਠ ਜਾਓ, ਵਿਹੜੇ ਵਿੱਚ ਮਿਲੇ ਉੱਥੇ ਬੈਠ ਜਾਓ। ਜਿੱਥੇ ਜਗ੍ਹਾ ਮਿਲੇ ਇਹ ਨਿਯਮ ਬਣਾ ਲਓ ਬਈ ਅੱਧਾ ਘੰਟਾ ਵਾਹਿਗੁਰੂ 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 ਜਪਣਾ ਜ਼ਰੂਰ।
ਕੀਰਤਨ ਚੱਲ ਰਿਹਾ ਤੇ ਕੀਰਤਨ ਸੁਣਨਾ ਇਹ ਵਡਭਾਗਿਆਂ ਨੂੰ ਮਿਲਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉੱਥੇ ਇਸ਼ਨਾਨ ਆਪ ਕੀਤਾ। ਸ੍ਰੀ ਜਪਜੀ ਸਾਹਿਬ ਜੀ ਦੀ ਬਾਣੀ ਦਾ ਆਪ ਪਾਠ ਸੁਣਾ ਕੇ ਕਰਦੇ ਰਹੇ ਤਾਂ ਕਿ ਸਿੱਖਾਂ ਨੂੰ ਪ੍ਰੇਰਨਾ ਮਿਲੇ ਬਾਣੀ ਪੜ੍ਹਨ ਦੀ। ਇਧਰ ਦੂਸਰੇ ਪਾਸੇ ਸ਼ਾਹਜਹਾਨ ਦੇ ਕੋਲ ਜਿਹੜੇ ਭੱਜ ਕੇ ਭਗੌੜੇ ਹੋ ਕੇ ਗਏ ਸਨ, ਉਹਨਾਂ ਨੂੰ ਬੁਲਾਇਆ ਗਿਆ ਬਈ ਸਾਰੇ ਜੰਗ ਦੇ ਹਾਲਾਤ ਪਤਾ ਲੱਗਣ, ਕਿਵੇਂ ਜੰਗ ਹੋਇਆ। ਤੇ ਜਿਨ੍ਹਾਂ ਨੇ ਇੱਕ ਵੀ ਤੀਰ ਨਹੀਂ ਖਾਧਾ ਸੀ, ਇੱਕ ਵੀ ਤੀਰ ਦਾ ਸਾਹਮਣਾ ਨਹੀਂ ਕੀਤਾ ਸੀ, ਉਹ ਬੜੀਆਂ ਘੱਗੀਆਂ ਫੁਲਾ ਫੁਲਾ ਕੇ ਆਖਣ ਲੱਗੇ ਵੀ ਜਹਾਂ ਪਨਾਹ ਮੈਂ ਬਹੁਤ ਸਿੱਖਾਂ ਨੂੰ ਉੱਥੇ ਮਾਰ ਕੇ ਆਇਆ, ਮੈਂ ਵੱਡਾ ਸੂਰਮਾ, ਮੇਰੇ ਸਾਹਮਣੇ ਉਹਨਾਂ ਦੀ ਇੱਕ ਨਹੀਂ ਚੱਲੀ, ਮੈਨੂੰ ਕੋਈ ਜ਼ਖਮ ਨਹੀਂ ਲੱਗਿਆ। ਉਹ ਤਾਂ ਸਾਡਾ ਜਰਨੈਲ ਮੁਖਲਿਸ ਖਾਂ ਮਾਰਿਆ ਗਿਆ ਤੇ ਸਾਨੂੰ ਭੱਜਣਾ ਪਿਆ, ਨਹੀਂ ਤੇ ਅਸੀਂ ਕੋਈ ਘੱਟ ਕੀਤੀ ਹੈ। ਤੇ ਜਹਾਂ ਪਨਾਹ ਉਸ ਦਿਨ ਇਹਨਾਂ ਦਾ ਗੁਰੂ ਵੀ ਸਾਹਮਣੇ ਆ ਜਾਂਦਾ ਨਾ ਤੇ ਅਸੀਂ ਖੈਰ ਨਹੀਂ ਕਰਨੀ ਸੀ। ਇਸ ਤਰ੍ਹਾਂ ਬੜੀਆਂ ਗੱਲਾਂ ਲੋਕੀ ਸੁਣਾਉਂਦੇ ਨੇ। ਮੈਂ ਇੱਕ ਸੱਜਣ ਨੂੰ ਦੇਖਿਆ, ਉਹ ਸੁਣਾ ਰਿਹਾ ਸੀ ਆਪਣੇ ਪੇਟ ਤੋਂ ਨਾ ਕੁੜਤਾ ਉਠਾ ਕੇ ਤੇ ਆਪਣੇ ਨੌਜਵਾਨ ਮਿੱਤਰਾਂ ਨੂੰ ਦਿਖਾ ਰਿਹਾ ਸੀ। ਉਹਦੇ ਪੇਟ 'ਚ 2-4 ਦਾਗ ਸਨ ਜ਼ਖਮਾਂ ਦੇ, ਤੇ ਕੋਈ ਗਾਥਾ ਸੁਣਾ ਰਿਹਾ ਸੀ, ਮੈਂ ਫਲਾਣੇ ਤਾਂ ਗਿਆ, ਉਹਨਾਂ ਮੇਰੇ ਪੇਟ ਵਿੱਚ ਬਰਛਾ ਮਾਰ ਦਿੱਤਾ, 1 ਮਾਰਿਆ, 2 ਮਾਰਿਆ, 4 ਬਰਛੇ ਮਾਰੇ, ਤੇ ਮੈਂ ਪੁੱਟ ਕੇ ਸੁੱਟ ਦਿੱਤੇ ਤੇ ਸਾਫੇ ਨਾਲ ਆਪਣਾ ਪੇਟ ਬੰਨ੍ਹ ਲਿਆ, ਆਹ ਮੇਰੇ ਦਾਗ ਆ ਗਏ। ਤੇ ਮੈਂ 2-4 ਬੰਦਿਆਂ ਦੀਆਂ ਲੱਤਾਂ ਬਾਹਾਂ ਵੱਢ ਦਿੱਤੀਆਂ ਤੇ ਬਾਕੀ ਭੱਜ ਗਏ ਤੇ ਮੈਂ ਬਚ ਗਿਆ। ਬੜੀ ਆਪਣੀ ਬਹਾਦਰੀ ਸੁਣਾ ਰਿਹਾ ਸੀ। ਤੇ ਬਾਅਦ ਵਿੱਚ ਮੈਨੂੰ ਪਤਾ ਚੱਲਿਆ ਵੀ ਇਹ ਕਿਤੇ ਬਿਜਲੀ ਦੇ ਖੰਭੇ ਤੇ ਚੜਿਆ ਸੀ ਤੇ ਬਿਜਲੀ ਆ ਗਈ ਤੇ ਉਹ ਕਰੰਟ ਨਾਲ ਇਹਦਾ ਪੇਟ ਦਾ ਥੋੜਾ ਜਿਹਾ ਉੱਪਰੋਂ ਹਿੱਸਾ ਜਲਿਆ ਤੇ ਥੱਲੇ ਗਿਰ ਕੇ ਬਚ ਗਿਆ। ਬਿਜਲੀ ਦੇ ਕਰੰਟ ਨਾਲ ਕੁਝ ਮਾਸ ਜਲ ਗਿਆ ਸੀ। ਇਸ ਤਰ੍ਹਾਂ ਕੁਝ ਲੋਕ ਗੱਲ ਹੋਰ ਆਉਂਦੀ ਹੈ ਬਣਾ ਕੇ ਹੋਰ ਦੱਸ ਦਿੰਦੇ। ਇਹਨਾਂ ਸੋਚਿਆ ਵੀ ਸ਼ਾਹਜਹਾਨ ਤੋਂ ਸਾਨੂੰ ਇਨਾਮ ਇਕਰਾਮ ਮਿਲਣਗੇ, ਬਈ ਅਸੀਂ ਤਾਂ ਬੜਾ ਜੰਗ ਕਰਕੇ ਤੇ ਬਚ ਕੇ ਆਏ ਹਾਂ। ਇਹ ਆਪਣੀਆਂ ਵੀਰ ਗਾਥਾਵਾਂ ਆਪੇ ਹੀ ਬਣਾਈਆਂ ਸੁਣਾ ਰਹੇ ਤੇ ਦੱਸਦੇ ਪਏ ਨੇ। ਬਾਕੀ ਕਹਿੰਦੇ ਨੇ ਖੁਦਾ ਦੀ ਖੁਦਾ ਜਾਣੇ ਕੀ ਭਾਣਾ ਵਰਤਿਆ ਹੈ। ਅਗਲੀ ਕਥਾ ਸਰਵਣ ਕਰੀਏ ਪੇਸ਼ਤਰ। ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਇੱਕ ਵਾਰੀ ਫਿਰ ਆਖੋ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਹਾਂਜੀ ਭਾਈ ਤੁਫੰਗਨ। ਭਾਈ ਤੁਫੰਗਨ ਕੀ ਬਹੁ ਮਾਰ। ਅੱਖਣ ਲੱਗੇ ਜਹਾਂ ਪਨਾਹ ਉੱਥੇ ਬੰਦੂਕਾਂ ਦੀ ਬੜੀ ਤਾੜ ਮਾਰ ਪਈ, ਬਹੁਤ ਗੋਲੀਆਂ ਬਰਸੀਆਂ। ਗੁਰ ਕੇ ਤੀਰ ਚਲੇ ਤਿਸ ਬਾਰ। ਤੇ ਉਸ ਵੇਲੇ ਫਿਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤੀਰ ਜੋ ਚੱਲੇ। ਤੀਰਾਂ ਦੀ ਗੱਲ ਜਿਹੜੀ ਹੈ ਬਿਆਨ ਕਰਨ ਤੋਂ ਬਾਹਰ ਹੀ ਹੈ। ਚਤੁਰੰਗਲ ਚੋਰੇ ਬੜ ਤੀਖਣ। 4-4 ਉਂਗਲਾਂ ਚੌੜੇ ਤੀਰ ਤੇ ਬੜੇ ਤਿੱਖੇ। ਪਤਾ ਨਹੀਂ ਕਿਹੜੇ ਪੱਥਰ ਤੋਂ ਸਾਨ ਬਣਾਈ ਹੋਵੇਗੀ ਜਿੱਥੇ ਉਹਨੂੰ ਤਿੱਖਾ ਕੀਤਾ ਹੋਵੇ। ਉਹ ਤਾਂ ਪੱਥਰ ਵਿੱਚ ਵੱਜ ਜਾਣ ਤੇ ਆਰ ਪਾਰ ਹੋ ਜਾਣ, ਕਿਲੇ ਦੀਆਂ ਦੀਵਾਰਾਂ ਚੀਰ ਜਾਵਣ। ਇੰਨੇ ਤਿੱਖੇ ਤੇ 4-4 ਅੰਗੁਲਾਂ ਚਤੁਰੰਗਲ ਤੇ ਚੌੜੇ ਤੇ ਬਹੁਤ ਭਾਰੇ ਤੀਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ। ਖਪਰੇ ਖਰੇ ਪੁਲਾਦੀ ਭੀਖਨ। ਬਹੁਤ ਫੁਲਾਦ ਦੇ ਬਣੇ ਹੋਏ ਭਿਆਨਕ ਖਪਰੇ ਤੀਰ ਉਹਨਾਂ ਦੇ। 3 ਕੇ 4 5 ਕੇ ਪਾਰਾ। ਬਸ ਗਿਣਿਆ ਨਹੀਂ ਜਾਂਦਾ ਸੀ। ਜਦ ਇੱਕ ਨੂੰ ਤੀਰ ਵੱਜਦਾ ਸੀ ਤੇ ਪਿੱਛੇ 4-5 ਜ਼ਖਮੀ ਹੋ ਕੇ ਮਰ ਕੇ ਥੱਲੇ ਡਿੱਗ ਪੈਂਦੇ ਸੀ। ਤੀਰ ਲੱਗਦਾ ਇੱਕ ਨੂੰ ਸੀ, ਕਦੀ 2 ਚੋਂ, ਕਦੀ 3  ਚੋਂ, ਕਦੀ 4 ਚੋਂ, ਕਦੀ 5 ਚੋਂ ਪਾਰ ਹੋ ਜਾਂਦਾ ਸੀ।
ਪਿੱਛੇ ਲਾਈਨ ਦੀ ਲਾਈਨ ਡਿੱਗ ਪੈਂਦੀ ਸੀ। ਪਰੈ ਇਤਨ ਕੇ ਪ੍ਰਾਨ ਬਿਦਾਰ। ਬਸ ਜਿੱਤੇ ਉਹ ਤੀਰ ਲਾਗੋਂ ਵੀ ਲੰਘ ਜਾਂਦਾ ਜਾਂ ਆਪਣਾ ਉਹ ਪ੍ਰਾਣ ਲੈ ਜਾਂਦਾ ਸਾਡੇ ਸੈਨਿਕਾਂ ਦੇ। ਹਰ ਗੋਲ ਕਨ ਕੋ ਗਿਰਨੋ ਤੇ ਜੋਈ। ਜਿਹੜੀਆਂ ਉਹਨਾਂ ਨੇ ਗੋਲੀਆਂ ਚਲਾਈਆਂ ਨੇ, ਤੌਬਾ ਖੁਦਾ ਦੀ ਤੌਬਾ। ਅਸੀਂ ਅੱਜ ਤੱਕ ਕਿਸੇ ਜੰਗ ਵਿੱਚ ਉਹ ਜਿਹੀਆਂ ਗੋਲੀਆਂ ਚੱਲਦੀਆਂ ਨਹੀਂ ਦੇਖੀਆਂ। ਪਤਾ ਨਹੀਂ ਕਿੰਨੀਆਂ ਬੰਦੂਕਾਂ ਹੋਣਗੀਆਂ ਉਹਨਾਂ ਦਿਨਾਂ 'ਚ। ਇੱਕ ਟਾਈਮ ਇੱਕ ਬੰਦੂਕ 'ਚੋਂ ਇੱਕੋ ਹੀ ਗੋਲੀ ਚੱਲਦੀ ਸੀ। ਅੱਜ ਵਰਗਾ ਆਟੋਮੈਟਿਕ ਹਥਿਆਰ ਨਹੀਂ ਸਨ। ਹੁਣ ਤਾਂ ਦੁਨੀਆ ਭਰ ਦੇ ਮੁਲਕਾਂ ਦੀਆਂ ਜਿਹੜੀਆਂ ਮਿਲਟਰੀਜ਼ ਨੇ, ਆਰਮੀ ਨੇ, ਉਹਨਾਂ ਕੋਲ ਸਵੈਚਾਲਿਤ ਰਿਮੋਟ ਕੰਟਰੋਲ ਹਥਿਆਰ ਆਏ ਹੋਏ ਨੇ। ਆ ਸਾਰੇ ਪਰਮਾਣੂ ਬੰਬ ਜਿਹੜੇ ਨੇ ਰਿਮੋਟ ਕੰਟਰੋਲ। ਕੋਈ ਲੋੜ ਹੀ ਨਹੀਂ ਚੁੱਕ ਕੇ ਲੈ ਜਾਣ ਦੀ, ਤੇ ਨਾ ਭਾਰ ਚੁੱਕਣ ਦੀ, ਤੇ ਨਾ ਨਿਸ਼ਾਨਾ ਲਾਉਣ ਦੀ। ਸਭ ਕੁਝ ਕੰਪਿਊਟਰ ਤੇ ਹੀ ਸੈੱਟ ਹੋ ਜਾਂਦਾ। ਜਿਤਨੇ ਬੰਬਾਰਮੈਂਟ ਕਰਨ ਵਾਲੇ ਹਵਾਈ ਜਹਾਜ਼ ਨੇ, ਬੰਬਰ ਫਾਈਟਰ ਪਲੇਨ ਨੇ, ਜਿੰਨੇ ਸਭ ਰਿਮੋਟ ਕੰਟਰੋਲਡ। ਬਈ ਇਹ ਨਹੀਂ ਵੀ ਪਾਇਲਟ ਨੇ ਜਾ ਕੇ ਪਹਿਲਾਂ ਸਿਸਤ ਬੰਨਣੀ ਹੈ ਤੇ ਫਿਰ ਨਿਸ਼ਾਨਾ ਲਾਉਣਾ ਹੈ ਤੇ ਫਿਰ ਗੋਲਾ ਪਾਉਣਾ ਹੈ ਤੇ ਫਿਰ ਚੱਲਣਾ। ਜਿੰਨੀ ਦੇਰ 'ਚ ਮੈਂ ਬੋਲਿਆ 2-4 ਸੈਕਿੰਡ ਵਿੱਚ ਤੇ ਅਗਲਾ ਸਾਰੇ ਮੋਰਚੇ ਫਨਾਹ ਕਰਕੇ ਵਾਪਸ ਆ ਜਾਂਦਾ। ਉਹਨਾਂ ਦਿਨਾਂ ਵਿੱਚ ਯੁੱਧ ਉਹਨਾਂ ਦਿਨਾਂ ਵਿੱਚ ਹੀ ਸਨ। ਅੱਜ ਦੇ ਯੁੱਧ ਤਾਂ ਹੋਰ ਤਰ੍ਹਾਂ ਦੇ ਨੇ। ਉਹਨਾਂ ਦਿਨਾਂ ਵਿੱਚ ਸੂਰਮਿਆਂ ਦੀ ਦਲੇਰੀ ਦਾ ਪਤਾ ਚੱਲਦਾ ਸੀ, ਉਹਨਾਂ ਦੇ ਬਲ ਦਾ ਪਤਾ ਚੱਲਦਾ ਸੀ, ਉਹਨਾਂ ਦੇ ਪਰਾਕਰਮ ਦਾ ਪਤਾ ਚੱਲਦਾ ਸੀ। ਆਖਣ ਲੱਗੇ ਜਹਾਂ ਬਣਾ ਤੌਬਾ ਖੁਦਾ ਦੀ। ਜੋ ਗੋਲੀਆਂ ਚੱਲੀਆਂ ਨੇ, ਨਾਨੀ ਯਾਦ ਤਾਂ ਸੁਣਿਆ ਹੋਵੇਗਾ, ਸਾਨੂੰ ਤਾਂ ਨਾਨੀ ਪੜਨਾਨੀ ਦੀ ਵੀ ਨਾਨੀ ਪੜਨਾਨੀ ਯਾਦ ਆ ਗਈ। ਇਹੋ ਜਿਹਾ ਭਿਆਨਕ ਯੁੱਧ ਖੁਦਾ ਹਾਜ਼ਰ ਸਮਝ ਕੇ ਕਹਿੰਦੇ ਆ, ਜਹਾਂ ਪੁਨਾ ਸਾਡੀਆਂ ਅੱਖਾਂ ਨੇ ਨਹੀਂ ਦੇਖਿਆ। ਦਲ ਥੋਰੋ ਬਰਖਾ ਬੜ ਹੋਈ। ਉਹਨਾਂ ਦੀ ਸੈਨਾ ਥੋੜੀ ਸੀ, ਪਰ ਹੇ ਖੁਦਾ, ਯਾ ਅੱਲਾ, ਤੀਰ ਗੋਲੀਆਂ ਤੇ ਬਰਸਾਤ ਹੋਈ ਹੈ। ਲੱਗਦਾ ਉੱਪਰੋਂ ਕੋਈ ਮਾਰ ਰਿਹਾ ਸੀ। ਨਭ ਤੇ ਔਰਨ ਕੀ ਸਮ ਪਰੈ। ਇਸ ਤਰ੍ਹਾਂ ਸੀ ਜਿਵੇਂ ਬਰਸਾਤ ਵਿੱਚ ਗੜੇ ਪੈਂਦੇ ਨੇ ਨਾ, ਆਸਮਾਨ ਵਿੱਚੋਂ ਬਰਸਦੇ ਹਨ। ਲਸਕਰ ਸੁਪਟ ਹਜ਼ਾਰੋ ਮਰੈ। ਇਹ ਸਾਡੇ ਸੁਭੱਟ ਕਹਿੰਦੇ ਨੇ ਚੰਗੇ ਵੈਲ ਟ੍ਰੇਨਡ ਸੂਰਮੇ। ਭੱਟ ਮੈਨੇ ਸੂਰਮਾ ਤੇ ਸੁਭੱਟ ਮਤਲਬ ਸੁਸਿਕਸ਼ਿਤ ਜਿਹੜਾ ਹੋਵੇ। ਅਗਲੇ ਦਾ ਤੀਰ ਗੋਲੀ ਰੋਕਣ ਵਿੱਚ ਵੀ ਤੇ ਆਪਣਾ ਚਲਾਉਣ ਵਿੱਚ ਵੀ। ਨਿਰਾ ਜੰਗ ਵਿੱਚ ਦੂਜੇ ਨੂੰ ਸੰਘਾਰਨਾ ਹੀ ਯੁੱਧ ਕਲਾ ਨਹੀਂ ਹੁੰਦੀ। ਆਪਣੇ ਆਪ ਨੂੰ ਪਹਿਲੇ ਬਚਾ ਕੇ ਰੱਖਣਾ ਵੀ ਯੁੱਧ ਕਲਾ ਹੁੰਦੀ। ਜਿਹੜੇ ਸ਼ਸਤਰਾਂ ਦੀ ਟ੍ਰੇਨਿੰਗ ਲੈ ਕੇ ਪੁਲਿਸ ਫੋਰਸ ਵਿੱਚ ਜਾਂ ਹੋਰ ਪੁਲਿਸ ਬਲਾਂ ਵਿੱਚ ਕੰਮ ਕਰਦੇ, ਉਹਨਾਂ ਨੂੰ ਪਤਾ ਹੈ, ਸਾਨੂੰ ਤਾਂ ਨਹੀਂ ਪਤਾ। ਬਹੁਤ ਸਖਤ ਟ੍ਰੇਨਿੰਗ ਹੁੰਦੀ ਹੈ। ਬਿਨਾਂ ਪੌੜੀਆਂ ਤੋਂ ਦੀਵਾਰਾਂ ਤੇ ਚੜ੍ਹ ਜਾਂਦੇ ਨੇ, ਔਰ ਕਈ ਮੰਜ਼ਲਾਂ ਤੋਂ ਬਿਨਾਂ ਪੌੜੀ ਉਤਰ ਵੀ ਜਾਂਦੇ ਨੇ ਛਲਾਂਗ ਲਗਾ ਕੇ। ਉਹਨਾਂ ਦੇ ਸਰੀਰ ਇਹੋ ਜਿਹੇ ਤੇ ਚੜ੍ਹ ਵੀ ਦੌੜ ਕੇ ਜਾਂਦੇ ਨੇ। ਇਹ ਨਹੀਂ ਵੀ ਹੌਲੀ ਹੌਲੀ ਕਿਤੇ ਕਿੱਲੇ ਗੱਡ ਕੇ ਚੜ੍ਹਨ। ਇਹਨਾਂ ਨੂੰ ਤਾਂ ਅਗਲਾ ਕਿਲਾ ਢਾ ਦਿੰਦਾ। ਪਰ ਹੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਤੁਹਾਡੇ ਸੂਰਮਿਆਂ ਦੇ, ਤੁਹਾਡੇ ਤੀਰ ਗੋਲੀਆਂ ਇਹੋ ਜਿਹੇ ਚੱਲੇ ਕਿ ਸ਼ਾਹਜਹਾਨੀ ਸੈਨਾ ਤੌਬਾ ਤੌਬਾ ਕਰ ਉੱਠੀਆਂ। ਇਤਕੀ ਚਲਹ ਲਗਹਿ ਤਿਨ ਥੋਰੀ। ਸਾਡੇ ਜਿਹੜੇ ਸੁਭੱਟ ਸਨ ਉਹ ਮਰਦੇ ਹੀ ਜਾ ਰਹੇ ਸਨ। ਸਿਰ ਵਿੱਚ ਗੋਲੀਆਂ ਵੱਜ ਰਹੀਆਂ ਕਈਆਂ ਦੇ। ਚਲਾਉਂਦੇ ਤਾਂ ਸਿੱਧੀ ਸਨ ਸਾਹਮਣਿਓਂ, ਪਰ ਪਤਾ ਨਹੀਂ ਕਿਧਰੋਂ ਦੀ ਘੁੰਮ ਕੇ ਕੰਨ ਵਿੱਚ ਆ ਵੱਜਦੀ ਸੀ, ਪਤਾ ਹੀ ਨਹੀਂ ਸੀ ਲੱਗਦਾ। ਤੇ ਕਿਤੇ ਉੱਪਰੋਂ ਆਸਮਾਨ ਚੋਂ ਗੋਲੀਆਂ ਆ ਰਹੀਆਂ ਸਨ। ਉਹਨਾਂ ਦੇ ਸੂਰਮੇ ਤਾਂ ਥੋੜੇ ਹੀ ਸਨ,
ਸਾਡੇ ਵੱਲੋਂ ਗੋਲੀਆਂ ਥੋੜੀਆਂ ਹੀ ਚੱਲ ਸਕੀਆਂ, ਉਹਨਾਂ ਚਲਾਉਣ ਦਾ ਮੌਕਾ ਹੀ ਨਹੀਂ ਦਿੱਤਾ। ਹੋ ਜਾਣ ਜਾਤੀ ਕਿਸ ਔਰੀ। ਤੇ ਸਾਡੀਆਂ ਗੋਲੀਆਂ ਨਾਲ ਉਹਨਾਂ ਦੇ ਬੰਦੇ ਮਰੇ ਵੀ ਨਾਮ ਮਾਤਰ ਹੀ, ਪਤਾ ਨਹੀਂ ਸਾਡੀ ਗੋਲੀ ਜਾਂਦੀ ਕਿੱਧਰ ਨੂੰ ਸੀ, ਅਸੀਂ ਚਲਾਉਂਦੇ ਉਧਰ ਨੂੰ ਹੀ ਸਾਂ, ਤੇ ਖੋਰੇ ਉਹਨਾਂ ਦੀਆਂ ਗੋਲੀਆਂ ਸਾਡੀ ਗੋਲੀ ਨੂੰ ਅੱਗੋਂ ਰੋਕ ਕੇ ਫਿਰ ਸਾਡੇ ਵੱਲ ਹੀ ਧੱਕ ਦਿੰਦੀਆਂ ਸਨ। ਪਤਾ ਨਹੀਂ ਲੱਗਿਆ ਕਿਸ ਤਰ੍ਹਾਂ ਦਾ ਭਿਆਨਕ ਯੁੱਧ ਹੋਇਆ। ਆਦਿਕ ਲਸਕਰ ਤੁਪਕਨ ਮਾਰਾ। ਸ਼ਾਹਜਹਾਨ ਨੂੰ ਕਹਿਣ ਲੱਗੇ ਜਹਾਂ ਪਨਾਹ, ਸਾਡਾ ਅੱਧਾ ਕਿਤੇ ਜਿਹੜਾ ਸੈਨਾ ਬਲ ਸੀ ਨਾ, ਸਾਡੀ ਅੱਧੀ ਕੁ ਸੈਨਾ ਤਾਂ ਬੰਦੂਕਾਂ ਦੀਆਂ ਗੋਲੀਆਂ ਨੇ ਖਤਮ ਕਰ ਦਿੱਤੀ। ਮੋਹਰ ਮਿਲੇ ਨਿਕਸੀ ਕਰਵਾਰਾ। ਜਦੋਂ ਲਾ ਕੇ ਜਾ ਕੇ ਹੱਥੋਂ ਹੱਥੀ ਪਏ ਤੇ ਫੇਰ ਕਰਵਾਰਾ, ਹੱਥ ਵਿੱਚ ਪਕੜਨ ਵਾਲੇ ਸ਼ਸਤਰ ਚੱਲ ਪਏ, ਜਿਹਦੇ ਵਿੱਚ ਖੰਡਾ, ਤਲਵਾਰ, ਨੇਜਾ, ਗਦਾ ਆਦਿਕ ਹੱਥ। ਕਰਵਾਰਾ ਦਾ ਮਤਲਬ ਹੁੰਦਾ ਜਿਹੜਾ ਹੱਥ ਵਿੱਚ ਪਕੜਨ ਵਾਲਾ ਹੋਵੇ। ਉਹ ਲਾਠੀ ਵੀ ਹੋ ਸਕਦੀ ਹੈ, ਉਹ ਖੰਡਾ ਵੀ ਹੋ ਸਕਦਾ ਹੈ, ਉਹ ਤਲਵਾਰ ਵੀ ਹੋ ਸਕਦੀ। ਉਹ ਹੱਥਾਂ ਨਾਲ ਚੱਲਣ ਵਾਲੇ ਸ਼ਸਤਰ ਨਿਕਲ ਆਏ। ਮੁਗਲ ਖਾਨ ਕੀ ਗਨ ਸਮਸ਼ੇਰ। ਇਸ ਤਰ੍ਹਾਂ ਦੇ ਨਾਲ ਜਿਹੜਾ ਸਾਡਾ ਮੁਖਲਸ ਖਾਨ ਸੀ, ਮੁਗਲਾਂ ਤੇ ਪਠਾਣਾਂ ਦੀਆਂ ਸ਼ਮਸ਼ੀਰਾਂ ਨਿਕਲੀਆਂ। ਟੂਟ ਪਰੀ ਕਿਤਨੀ ਤਿਸਬੇਰ। ਔਰ ਹੈਰਾਨਗੀ ਹੋਈ, ਜਹਾਂ ਪਨਾਹ ਸਾਡੀਆਂ ਤਲਵਾਰਾਂ ਸਪੈਸ਼ਲ ਬਣੀਆਂ ਹੋਈਆਂ। ਬਾਦਸ਼ਾਹੀ ਟਕਸਾਲਾਂ ਵਿੱਚ ਸਿੱਕੇ ਹੀ ਨਹੀਂ ਘੜੇ ਜਾਂਦੇ, ਸ਼ਸਤਰ ਵੀ ਤੁਹਾਡੇ ਘੜੇ ਹੋਏ। ਤੇ ਸ਼ਸਤਰ ਘੜਨ ਵਾਲੇ ਸਿਕਲੀਗਰ ਵੀ ਸਪੈਸ਼ਲ ਹੁੰਦੇ ਸਨ, ਬਾਦਸ਼ਾਹਾਂ ਦੇ, ਆਮ ਨਹੀਂ ਸੁਣਾਉਂਦੇ। ਉਹਨਾਂ ਦੇ ਹਥਿਆਰ ਬਾਦਸ਼ਾਹੀ ਹੁੰਦੇ ਸਨ, ਸ਼ਕੇਲੇ ਦੇ ਬਣੇ ਹੋਏ, ਫੌਲਾਦ ਦੇ ਬਣੇ ਹੋਏ। ਪਤਾ ਨਹੀਂ ਜਹਾਂ ਪਨਾਹ ਉਹਨਾਂ ਦੀਆਂ ਤਲਵਾਰਾਂ ਕਾਹਦੀਆਂ ਬਣੀਆਂ ਸਨ। ਸਾਡੇ ਹੱਥਾਂ ਦੇ ਸ਼ਸਤਰ, ਗੁਰਜ, ਗਦਾ, ਢਾਲਾਂ, ਸਾਡੀਆਂ ਤਲਵਾਰਾਂ, ਸਾਡੇ ਨੇਜੇ, ਤਾਂ ਉਹਨਾਂ ਦੇ ਨੇਜੇ ਵੱਜ ਕੇ ਹੀ ਚੀਰੇ ਗਏ। ਕਈ ਤਾਂ ਟੁੱਟ ਕੇ ਸਾਡੀਆਂ ਡਿੱਗ ਪਈਆਂ। ਗੁਰ ਕੇ ਭਟਕਿਆ ਲੋਕ ਗਵਾਰ। ਅਸੀਂ ਤਾਂ ਇਹ ਸੋਚਦੇ ਰਹੇ ਸੀ ਵੀ ਸਤਿਗੁਰੂ ਜੀ ਦੇ ਸੂਰਮੇ ਕੀ ਹੋਣਗੇ। ਗਵਾਰ ਦਾ ਮਤਲਬ ਹੁੰਦਾ ਗਾਂਵਵਾਰ, ਗਾਂਵ ਵਾਲਾ, ਪਿੰਡਾਂ 'ਚ ਰਹਿਣ ਵਾਲਾ। ਇਹ ਪਿੰਡਾਂ ਦੇ ਰਹਿਣ ਵਾਲੇ ਲੋਕ, ਤੇ ਅਸੀਂ ਸੁਸੱਜਤ ਸੈਨਾ ਦੇ ਸੂਰਮੇ। ਹੁਣ ਵਿਚਾਰਿਆਂ ਨੂੰ ਇਹ ਨਹੀਂ ਸੀ ਪਤਾ ਵੀ ਜਿੰਨਾ ਕੁ ਸਾਡਾ ਹਥਿਆਰ ਚਲਾਉਣ 'ਚ ਬਲ ਨਹੀਂ ਲੱਗਦਾ, ਉਹਨਾਂ ਕਿ ਇਹਨਾਂ ਦਾ ਪੈਲੀ ਵਾਹੁਣ 'ਚ ਲੱਗ ਜਾਂਦਾ। ਇਹ ਨਾ ਤਗੜੇ ਹੀ ਬੜੇ ਹੁੰਦੇ ਨੇ। ਪਿੰਡਾਂ ਦੇ ਲੋਕਾਂ ਦੇ ਸਰੀਰ ਜਿਹੜੇ ਨੇ ਉਹ ਤਾਂ ਵੈਸੇ ਹੀ 4-4, 5-5 ਬੰਦਿਆਂ ਲਈ ਹੱਥੋਂ ਹੱਥੇ ਕਾਫੀ ਹੁੰਦੇ ਨੇ। ਬੜਾ ਭਾਰਾ ਕੰਮ ਕਰਦੇ ਸਨ ਖੇਤੀਬਾੜੀ ਦਾ। ਅੱਜ ਕੱਲ੍ਹ ਤੇ ਖੇਤੀਬਾੜੀ ਵੀ ਸਾਰੀ ਮਸ਼ੀਨਰੀ ਦੇ ਨਾਲ ਹੁੰਦੀ, ਉਹਨਾਂ ਦਿਨਾਂ ਵਿੱਚ ਹੱਥਾਂ ਨਾਲ ਹੁੰਦੀ ਸੀ। 2-2, 4-4 ਕਨਾਲਾਂ ਤਾਂ ਲੋਕੀ ਕਈਆਂ ਨਾਲ ਗੋੜ ਕੇ ਤੇ ਸੂਰਜ ਚੜ੍ਹਨ ਤੋਂ ਪਹਿਲਾਂ ਘਰ ਆ ਜਾਂਦੇ ਸੀ। ਕਿੱਲਾ 2-2 ਕਿੱਲੇ ਵਾਹ ਕੇ ਲੋਕਾਂ ਸੂਰਜ ਚੜ੍ਹਨ ਤੋਂ ਪਹਿਲੇ ਘਰ ਆ ਜਾਣ। ਇਸ ਤਰ੍ਹਾਂ ਦੇ ਤਾਕਤਵਰ ਸਨ। ਤੇ 2-2, 2.5 ਮਣ ਅਨਾਜ ਪੰਡਾਂ ਬੰਨ ਕੇ ਆਪੇ ਹੀ ਚੁੱਕ ਕੇ ਘਰ ਲੈ ਆਉਣਾ। ਤਾਕਤ ਵਾਲੇ ਸਨ। ਇਹ ਸਮਝਦੇ ਰਹੇ ਵੀ ਪਿੰਡਾਂ ਦੇ ਲੋਕ ਨੇ, ਇਹਨਾਂ ਨੇ ਕੀ ਕਰਨਾ ਹੈ, ਸਾਡੇ ਸਾਹਮਣੇ ਕੀ ਹੈਗੇ ਨੇ। ਪਰ ਉਹਨਾਂ ਪਿੰਡਾਂ ਵਾਲਿਆਂ ਨੇ ਇਹਨਾਂ ਨੂੰ ਲੋਹੇ ਦੇ ਚਣੇ ਚਬਾ ਦਿੱਤੇ। ਜਹਾਂ ਪਨਾਹ ਸਾਡੀ ਪੇਸ਼ ਕੋਈ ਨਹੀਂ ਗਈ। ਨਹ ਜਾਨ ਹੈ ਵਿਦਿਆ ਹਥਿਆਰ। ਅਸੀਂ ਤਾਂ ਇਹ ਸਮਝਦੇ ਰਹੇ ਵੀ ਪਿੰਡੂ ਲੋਕ ਨੇ, ਖੇਤੀਆਂ ਬਾੜੀਆਂ ਕਰਨ ਵਾਲੇ, ਮੱਝਾਂ ਨਵਾਉਣ ਵਾਲੇ, ਇਹਨਾਂ ਨੂੰ ਯੁੱਧ ਕਲਾ ਕਿੱਥੇ ਆਉਂਦੀ ਹੋਣੀ ਹੈ, ਸ਼ਸਤਰ ਚਲਾਉਣੇ ਕਿੱਥੇ ਆਉਂਦੇ ਹੋਣਗੇ। ਅਨੇਕ ਜਾਤ ਕੇ ਕਰ ਇਕਠਾਏ। ਅਨੇਕਾਂ ਜਾਤਾਂ ਬਿਰਾਦਰੀਆਂ, ਉੱਚੀਆਂ ਨੀਵੀਆਂ ਸਾਰੀਆਂ ਇਕੱਠੀਆਂ ਕੀਤੀਆਂ। ਇਹ ਕਿਹੜੇ ਕੋਈ ਬੜੇ ਵੱਡੇ ਖਾਨਦਾਨੀ ਲੋਕ ਨੇ, ਅਸੀਂ ਇਹ ਸਮਝਦੇ ਰਹੇ। ਦਲ ਕੋ ਕਰ ਲੀਨੋ ਸਮੁਦਾਏ। ਔਰ ਇਹਨਾਂ ਨੇ ਸਾਰੇ ਨੀਵੀਆਂ ਜਾਤਾਂ ਦੇ ਲੋਕ ਇਕੱਠੇ ਕਰਕੇ ਤੇ ਦਲ ਬਣਾਇਆ ਹੋਇਆ। ਸਾਡੇ ਸਾਹਮਣੇ ਨਹੀਂ ਟਿਕ ਸਕਣਗੇ, ਅਸੀਂ ਇਹ ਸੋਚਦੇ ਰਹੇ। ਤਬ ਖੜਗਣ ਕੀ ਮਾਰ ਮਚਾਈ। ਪਰ ਤੋਬਾ ਤੋਬਾ, ਉਹਨਾਂ ਨੇ ਫਿਰ ਜੋ ਖੜਗ ਕੱਢੀਆਂ,
ਤੇ ਉਹ ਖੜਗ ਦੀਆਂ ਜੋ ਮਾਰ ਮਚਾਈ ਉਹਨਾਂ ਨੇ, ਸੈਨਾ ਕਤਲ ਕਰੀ ਜਿਮ ਭਾਈ। ਜਿਸ ਤਰ੍ਹਾਂ ਉਹਨਾਂ ਨੂੰ ਚੰਗਾ ਲੱਗਿਆ ਉਹਨਾਂ ਸਾਡੀ ਸੈਨਾ ਉਸ ਤਰ੍ਹਾਂ ਹੀ ਕੱਟਣੀ ਸ਼ੁਰੂ ਕਰ ਦਿੱਤੀ। ਕਿਸੇ ਦੀਆਂ ਬਾਹਾਂ ਕੋਈ ਨਹੀਂ, ਕਿਸੇ ਦੀਆਂ ਲੱਤਾਂ ਕੋਈ ਨਹੀਂ, ਕਿਸੇ ਦੀ ਅੱਧੀ ਖੋਪੜੀ ਉਡਾ ਦਿੱਤੀ, ਤੇ ਕਿਸੇ ਦੇ ਲੋਹ ਟੋਪ ਦੇ ਉੱਪਰ ਉਹਨਾਂ ਖੰਡਾ ਮਾਰਿਆ ਤੇ ਅੱਧਾ ਬੂਥਾ ਹੀ ਕੱਟ ਕੇ ਸੁੱਟ ਦਿੱਤਾ, ਤੇ ਕਿਸੇ ਦੇ ਵੱਖੀ ਵਿੱਚ ਮਾਰ ਕੇ ਅੱਧਾ ਸਰੀਰ ਬਾਹਾਂ ਸਮੇਤ ਸਿਰ ਲਾ ਕੇ ਪਰੇ ਸੁੱਟ ਦਿੱਤਾ, ਤੇ ਅੱਧਾ ਪੇਟ ਤੇ ਟੰਗਾਂ ਇੱਕ ਪਾਸੇ ਜਾ ਪਈ। ਖਰੇ ਕਾਹਦੇ ਨਾਲ ਉਹ ਸ਼ਸਤਰ ਚਲਾਉਂਦੇ ਸਨ। ਸਾਡਾ ਤਾਂ ਉੱਥੇ ਕੋਈ ਮੂੰਹ ਸਿਰ ਹੀ ਨਹੀਂ ਬਣ ਸਕਿਆ ਜੰਗ ਕਰਨ ਦਾ। ਪਰਿਓ ਅਪੂਠੋ ਲੋਹ ਹਮਾਰੋ। ਸਾਨੂੰ ਤਾਂ ਇੰਜ ਲੱਗਣ ਲੱਗ ਪਿਆ ਵੀ ਸਾਡੇ ਹੱਥ ਵਿੱਚ ਜਿਹੜੇ ਖੰਡੇ ਪਕੜੇ ਨੇ ਇਹ ਵੀ ਸਾਨੂੰ ਹੀ ਮਾਰਨ ਲੱਗ ਪਏ। ਅਸੀਂ ਮਾਰਦੇ ਉਹਨਾਂ ਨੂੰ ਸੀ ਤੇ ਵੱਜਦੇ ਸਾਨੂੰ ਸੁਣਾ ਕੇ। ਸਾਨੂੰ ਲੋਹਾ ਪੁੱਠਾ ਪੈ ਗਿਆ। ਕਰੇ ਪ੍ਰਹਾਰ ਨਰਿਪ ਕੋ ਮਾਰੋ। ਔਰ ਇਸ ਤਰ੍ਹਾਂ ਦੇ ਨਾਲ ਅਸੀਂ ਬਹੁਤ ਪ੍ਰਹਾਰ ਕਰਦੇ ਰਹੇ ਉਹਨਾਂ ਦੁਸ਼ਮਣਾਂ ਨੂੰ ਮਾਰਨ ਲਈ। ਗਜ ਤਮਾਚਾ ਅਜਬ ਗੁਜ਼ਾਰਾ। ਪਰ ਸਾਡੇ ਤੇ ਤਾਂ ਗਜ਼ਬ ਖੁਦਾ ਦਾ ਵਰਤਿਆ, ਅਜਬ ਗਜ਼ਬ ਵਰਤਿਆ। ਸਾਨੂੰ ਤਾਂ ਸਾਹਮਣੇ ਤਮੰਚੇ ਗੋਲੀਆਂ ਦਾ ਇਤਨਾ ਜਿਹੜਾ ਸੀ ਮੁਕਾਬਲਾ ਕਰਨਾ ਪਿਆ, ਸਾਡੇ ਵੱਸ ਦੀ ਕੋਈ ਗੱਲ ਨਾ ਰਹੀ। ਸਾਡੇ ਤੇ ਖੁਦਾ ਦਾ ਕਹਿਰ ਬਰਸ ਗਿਆ। ਇਸ ਬਿਦਰਾਵਰ ਲਸਕਰ ਮਾਰਾ। ਇਸ ਤਰ੍ਹਾਂ ਜਹਾਂ ਪਨਾਹ ਤੁਹਾਡਾ ਲਸ਼ਕਰ ਸਾਰਾ ਹੀ ਮਾਰਿਆ ਗਿਆ। ਸਾਰੀ ਸੈਨਾ ਨੇਸਤੋ ਨਬੂਦ ਹੋ ਗਈ, ਇੰਜ ਮਿਟ ਗਏ ਜਿਵੇਂ ਕਦੀ ਆਏ ਹੀ ਨਹੀਂ ਸਨ। ਮੁਗਲ ਸਿਖਾਨ ਆਨ ਗੁਰ ਹਨਿਓ। ਇਤਨੇ ਨੂੰ ਬਚ ਗਿਆ ਸੀ ਮੁਗਲਸ ਖਾਨ। ਉਸਨੇ ਆਪਣੇ ਨਾਲ ਸੁਲਤਾਨ ਬੇਗ ਨੂੰ ਲਿਆ ਤੇ ਨਾਲ ਇੱਕ ਹੋਰ ਸੂਰਮੇ ਨੂੰ ਲਿਆ ਤੇ ਲੈ ਕੇ ਆਖਣ ਲੱਗਾ ਚਲੋ ਚੱਲਦੇ। ਇਸ ਜਾ ਕੇ ਸਾਹਮਣੇ ਜਦ ਜੰਗ ਵਿੱਚ ਹੋਇਆ, ਭਾਵੇਂ ਉਹਨੇ ਜੰਗ ਬੜਾ ਕੀਤਾ ਪਰ ਜਹਾਂ ਬਨਾ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਟਿਕ ਨਾ ਸਕਿਆ। ਆ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਦੀ ਖੱਬੀ ਵੱਖੀ ਵਿੱਚ ਖੰਡਾ ਮਾਰਿਆ ਤੇ ਬਾਹਾਂ ਸਮੇਤ ਸਿਰ ਪਰਲੇ ਪਾਸੇ ਨੂੰ ਜਾ ਪਿਆ ਤੇ ਧੜ ਥੱਲੇ ਲਟਕ ਗਿਆ। ਸੋ ਉਹ ਜਿਹਾ ਦ੍ਰਿਸ਼ ਤਾਂ ਅਸੀਂ ਅੱਜ ਤੱਕ ਨਹੀਂ ਦੇਖਿਆ। ਦੇਖ ਕੇ ਹੀ ਸਾਡੀਆਂ ਤਾਂ ਰੂਹਾਂ ਕੰਬਣੀਆਂ ਸੀ। ਕਬਰਾਂ ਵਿੱਚ ਪਏ ਹੋਏ ਸਾਡੇ ਦਾਦੇ ਪੜਦਾਦਿਆਂ ਦੀਆਂ ਵੀ ਰੂਹਾਂ ਕੰਬ ਗਈਆਂ ਬਈ ਇਤਨਾ ਭਿਆਨਕ ਇਹ ਯੁੱਧ ਕਰਦੇ ਹਨ। ਭਇਓ ਕੋਪ ਹਜਰਤ ਜਬ ਸੁਨਿਓ। ਬੜੇ ਕ੍ਰੋਧ ਨਾਲ ਭਰ ਗਿਆ ਸ਼ਾਹਜਹਾਨ ਜਦੋਂ ਇਹ ਸਾਰਾ ਵਾਕਿਆਤ ਸੁਣੇ। ਇਸ ਬਿਦ ਜੇ ਗੁਰ ਕਰ ਹੈ ਠਿਠਾਈ। ਆਖਣ ਲੱਗਾ ਜੇ ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਹੱਠ ਕਰਦੇ ਰਹੇ ਤਾਂ ਸਾਗਰ ਦੇਸ ਫਤੂਰ ਉਠਾਈ। ਸਾਡੇ ਸਾਰੇ ਮੁਲਕ ਵਿੱਚ ਫਤੂਰ ਖੜਾ ਹੋ ਜਾਏਗਾ। ਬੰਦਹ ਕੈ ਮਾਰਹਿ ਨਹ ਜਾਵਦ। ਜਿੰਨਾ ਚਿਰ ਇਹਨਾਂ ਨੂੰ ਬੰਦੀ ਖਾਨੇ ਨਹੀਂ ਪਾਉਂਦੇ ਜਾਂ ਖਤਮ ਨਹੀਂ ਕਰ ਦਿੰਦੇ, ਦੇਸੁਰ ਹਮਕੋ ਸਾਤ ਨ ਤਾਵਦ। ਉਹਨਾਂ ਚਿਰ ਦੇਸ਼ ਵਿੱਚ ਤੇ ਮੇਰੇ ਹਿਰਦੇ ਵਿੱਚ ਸ਼ਾਂਤੀ ਨਹੀਂ ਆਉਣੀ। ਇਹ ਗੱਲ ਸ਼ਾਹਜਹਾਂ ਕਹਿਣ ਲੱਗਾ। ਗਨ ਉਮਰਾਬ ਸਮੀਪ ਬੁਲਾਏ। ਤੇ ਬਹੁਤ ਸਾਰੇ ਉਮਰਾਓ ਚੌਧਰੀ ਮਨਸਬਦਾਰ ਵਜ਼ੀਰ ਅਮੀਰ ਕੋਲ ਬੁਲਾ ਲਏ। ਜਿਨ ਮਹਿ ਮੁਖ ਵਜ਼ੀਰ ਖਾਂ ਆਏ। ਉਹਨਾਂ ਮੁਖੀਆਂ ਵਿੱਚ ਵਜ਼ੀਰ ਖਾਂ ਵੀ ਇਹਦਾ ਨਿਕਟਵਰਤੀ ਆਇਆ। ਜਹਾਂਗੀਰ ਕੇ ਨਿਕਟ ਰਹੰਤਾ। ਇਹ ਜਹਾਂਗੀਰ ਦੇ ਨਾਲ ਵੀ ਰਿਹਾ ਹੋਇਆ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਵੀ ਸ਼ਰਧਾਲੂ ਸੀ। ਕਿੰਚਤ ਬੇਗ ਤੇ ਇਹ ਜਹਾਂਗੀਰ ਮਾਨ ਹਜਰਤ ਜਥਾ ਕਹੰਤਾ। ਤੇ ਬਾਦਸ਼ਾਹ ਜਹਾਂਗੀਰ ਜਿਵੇਂ ਕਹਿੰਦਾ ਸੀ ਉਂਝ ਮੰਨਦਾ ਸੀ। ਬੋਲਿਓ ਸਾਹੋ ਸਭਿਨ ਕੇ ਸੰਗ। ਸਾਰਿਆਂ ਨੂੰ ਬਾਦਸ਼ਾਹ ਨੇ ਇਸ ਤਰ੍ਹਾਂ ਆਖਿਆ। ਸੁਨਿਓ ਹੋਏ ਤੁਮ ਗੁਰੂ ਪ੍ਰਸੰਗ। ਔਰ ਇਸ ਤਰ੍ਹਾਂ ਵਜ਼ੀਰ ਖਾਂ ਕਹਿਣ ਲੱਗਾ ਮੁਖਾਤਬ ਹੋ ਕੇ ਵਜ਼ੀਰ ਖਾਨ ਨੂੰ ਆਦਿਕਾਂ ਨੂੰ, ਕਿੰਦ ਬੇਗ ਤੇ ਹੋਰਾਂ ਨੂੰ ਮੁਖਾਤਬ ਹੋ ਕੇ ਬਈ ਤੁਸੀਂ ਸਾਰਾ ਸੁਣ ਹੀ ਲਿਆ ਕਿ ਕੀ ਉੱਥੇ ਹੋਇਆ ਹੈ ਸਾਰਾ ਪ੍ਰਸੰਗ। ਮਹਾਸਤਰੂ ਸਭ ਕੀਨੀ ਬਾਤ। ਗੁਰੂ ਹਰਗੋਬਿੰਦ ਜੀ ਨੇ ਤੇ ਸਾਡੇ ਨਾਲ ਮਹਾਸਤਰੂ ਵਾਲਾ ਕੰਮ ਕੀਤਾ। ਜਿਵੇਂ ਕੋਈ ਪੁਰਾਣਾ
ਸਾਡਾ ਵੱਡਾ ਦੁਸ਼ਮਣ ਹੋਵੇ। ਸੈਨਾ ਪਟੀ ਪਈ ਸਭ ਘਾਤ, ਜਿੰਨੀ ਸੈਨਾ ਭੇਜੀ ਸੀ ਸਾਰੀ ਥਾਂ ਹੀ ਰਹਿ ਗਈ, ਉਤੋਂ ਕੋਈ ਆ ਹੀ ਨਹੀਂ ਸਕਿਆ। ਅਬ ਕਮਨਹੁ ਉਮਰਾਬ ਕਨੇਰੇ, ਹੁਣ ਤੁਸੀਂ ਬਹੁਤ ਸਾਰੇ ਜਰਨੈਲ, ਉਮਰਾਓ, ਚੌਧਰੀ ਤੇ ਸਿਪਾਹ ਸਲਾਰ ਮਿਲ ਕੇ ਜਾਓ। ਤੋਪ ਜਮੂਰੋ ਜਮੂਰੇ ਲਿਹੋ ਬਡੇਰੇ, ਤੇ ਵੱਡੀਆਂ ਤੋਪਾਂ ਤੇ ਜਮੂਰੇ ਤੋਪਾਂ ਲੈ ਕੇ ਜਾਓ। ਕਹਿ ਆਨੋ ਕਹਿ ਕਰਹੁ ਸੰਘਾਰ, ਜਾਂ ਤੇ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਬੰਨ ਕੇ ਲੈ ਆਓ ਤੇ ਜਾਂ ਖਤਮ ਕਰਕੇ ਆਵੋ। ਹੋਏ ਤਿਦਾਰਕ ਕਰ ਬੇਰਾਰ, ਔਰ ਇਸ ਤਰ੍ਹਾਂ ਦੇ ਨਾਲ ਹੋਏ ਤਿਦਾਰਕ ਕਰ ਬੇਰਾਰ। ਜੇ ਸਾਡੇ ਨਾਲ ਉਹਨਾਂ ਰਾਰ ਲੜਾਈ ਕੀਤੀ ਹੈ ਤੇ ਸਾਨੂੰ ਹੁਣ ਇਸ ਤਰ੍ਹਾਂ ਕਰਨਾ ਪਏਗਾ। ਲਿਓ ਬਾਜ ਸੋ ਦਿਓ ਨ ਕੋਈ, ਸਾਡਾ ਬਾਜ ਫੜ ਲਿਆ ਤੇ ਮੁੜ ਕੇ ਦਿੱਤਾ ਨਹੀਂ। ਹਰਿਓ ਲਰਿਓ ਲਸਕਰ ਸੰਗ ਸੋਈ, ਤੇ ਆਪਣੀ ਸੈਨਾ ਲੈ ਕੇ ਸਾਡੀ ਸੈਨਾ ਨਾਲ ਜੰਗ ਕੀਤਾ, ਅੜ ਪਿਆ। ਸਭ ਉਮਰਾਵਨ ਕਹਿਓ ਸੁਨਾਏ, ਸਾਰੇ ਉਮਰਾਓ, ਚੌਧਰੀ, ਅਮੀਰ, ਵਜ਼ੀਰ ਸਾਰਿਆਂ ਨੇ ਇਸ ਤਰ੍ਹਾਂ ਅੱਗੋਂ ਆਖਿਆ ਜੋਰਾਵਰ ਕੀ ਹੋਏ ਰਜਾਏ। ਬਈ ਠੀਕ ਹੈ, ਆਲੀ ਜਾ ਜਹਾਂ ਪਨਾ, ਜਿਵੇਂ ਤੁਹਾਡੀ ਰਜ਼ਾ, ਜਿਵੇਂ ਤੁਹਾਡੀ ਇੱਛਾ ਹੈ ਅਸੀਂ ਉਸ ਤਰ੍ਹਾਂ ਹੀ ਕਰ ਲਵਾਂਗੇ। ਸੁਨਤ ਵਜ਼ੀਰ ਖਾਨ ਕਰ ਜੋਰੇ, ਪਰ ਵਜ਼ੀਰ ਖਾਨ ਨੇ ਦੋਵੇਂ ਹੱਥ ਜੋੜ ਲਏ ਸੁਣ ਕੇ। ਤੁਮਰੇ ਬਾਜ ਨਹੀਂ ਕਿਤ ਥੋਰੇ, ਆਖਣ ਲੱਗਾ ਜਹਾਂ ਪਨਾ ਤੁਹਾਨੂੰ ਕੋਈ ਬਾਜਾਂ ਦਾ ਘਾਟਾ ਹੈਗਾ? ਤੁਹਾਡੇ ਕੋਲ ਬਥੇਰੇ ਬਾਜ ਹੈਗੇ ਹਨ। ਅਨਕ ਵਲਾਇਤ ਤੇ ਚਲ ਆਵੈ, ਤੇ ਅਨੇਕਾਂ ਹੀ ਜਿਸ ਨੂੰ ਤੁਸੀਂ ਆਖੋਗੇ ਦੇਸਾਂ ਵਿਦੇਸਾਂ ਤੋਂ ਬਾਜ ਤੁਹਾਡੇ ਲਈ ਹਾਜ਼ਰ ਕਰ ਦੇਵੇਗਾ, ਪਹੁੰਚ ਜਾਣਗੇ। ਇਹੋ ਮੰਗਾਏ ਜੇ ਤੱਕ ਮਨ ਭਾਵੈ, ਜਿੰਨੇ ਵਧੀਆ ਤੋਂ ਵਧੀਆ ਬਾਜ ਤੁਹਾਨੂੰ ਚਾਹੀਦੇ ਨੇ ਮੰਗਾ ਸਕਦੇ ਹੋ, ਤੁਹਾਨੂੰ ਕੋਈ ਘਾਟਾ ਥੋੜੀ ਹੈ। ਪਿਤਾ ਆਪ ਕੇ ਢਿਗ ਗੁਰ ਗਏ, ਤੁਹਾਡੇ ਪਿਤਾ ਜਹਾਂਗੀਰ ਆਪ ਚੱਲ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਗਏ ਸਨ। ਕਿੰਚ ਬੇਗ ਮੈਂ ਲਿਆਵਤ ਇਹ ਪਏ, ਸਾਨੂੰ ਭੇਜਿਆ, ਆਖਿਆ ਲੈ ਕੇ ਆਓ। ਮੈਂ ਤੇ ਕਿੰਦ ਬੇਗ ਜਿਹੜਾ ਅਸੀਂ ਦੋਵੇਂ ਗਏ ਸਾਂ, ਲੈ ਕੇ ਆਏ। ਚੰਦੂ ਦੀਵਾਨ ਉਪਾਏ ਬਣਾਏ, ਇਹ ਦੀਵਾਨ ਚੰਦੂ ਨੇ ਆਪਣਾ ਢੰਗ ਤਰੀਕਾ ਉਪਾਅ ਕਰਕੇ ਦੁਰਗ ਗਵਾਲੀਅਰ ਦੀਏ ਪੁਛਾਏ, ਤੇ ਉਹਨਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਪਹੁੰਚਾ ਦਿੱਤਾ। 40 ਦਿਵਸ ਬੀਤ ਗਏ ਜਬ ਹੂੰ, ਇਹ ਆਖਿਆ ਤੁਸੀਂ ਇੱਥੇ 40 ਦਿਨ ਤਪੱਸਿਆ ਕਰੋ, ਜਪ ਤਪ ਕਰੋ। ਜਦੋਂ 40 ਦਿਨ ਲੰਘ ਗਏ, ਨਿਸਮੈ ਸੇਰ ਆਏ ਦਵੈ ਤਬ ਹੂੰ, ਉਸ ਵੇਲੇ 2 ਸ਼ੇਰ ਰਾਤ ਨੂੰ ਆਏ। ਹਜਰਤ ਕੀ ਛਾਤੀ ਧਰ ਪਾਏ, ਤੇ ਹਜ਼ਰਤ ਜਹਾਂਗੀਰ ਦੇ ਛਾਤੀ ਤੇ ਦੋਵਾਂ ਭਿਆਨਕ ਸ਼ੇਰਾਂ ਨੇ ਪੈਰ ਅਗਲੇ ਪੰਜੇ ਰੱਖ ਲਏ। ਡਰ ਕਰ ਸਤਿਗੁਰ ਕੋ ਚਿਤ ਲਿਆਏ, ਉਸ ਵੇਲੇ ਡਰ ਕੇ ਤੁਹਾਡਾ ਪਿਤਾ ਜਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਯਾਦ ਕੀਤਾ। ਦੋਨੋਂ ਹੱਥਨ ਗਹੇ ਰੁਮਾਲ, ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉੱਥੇ ਰਾਤ ਨੂੰ ਹਾਜ਼ਰ ਹੋਏ ਤੇ ਦੋਹਾਂ ਹੱਥਾਂ ਵਿੱਚ ਰੁਮਾਲ ਪਕੜ ਕੇ ਗੁਰੂ ਹਟਾਵੈ ਬਲ ਕੇ ਨਾਲ, ਤੇ ਬਲ ਦੇ ਨਾਲ ਦੋਹਾਂ ਸ਼ੇਰਾਂ ਨੂੰ ਧੱਕ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਾਸੇ ਕੀਤਾ ਤੇ ਜਹਾਂਗੀਰ ਦੀ ਜਾਨ ਬਚੀ। ਉਨ ਆਵਾਜ਼ ਕੋ ਸੁਨ ਹੈ ਐਸੇ, ਤੇ ਫੇਰ ਇਸ ਤਰ੍ਹਾਂ ਆਵਾਜ਼ ਸੁਣਾਈ ਪਈ, ਗੁਰੂ ਹਕਾਰੋ ਜੈਸੇ ਕੈਸੇ, ਭਾਈ ਜਿਵੇਂ ਮਰਜ਼ੀ ਹੋਵੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੁਲਾਓ। ਹੋਤ ਪ੍ਰਾਤ ਕੇ ਮੋਹਿ ਬੁਲਾਇਓ, ਤੇ ਸਵੇਰਾ ਹੁੰਦਿਆਂ ਜਹਾਂਗੀਰ ਨੇ ਮੈਨੂੰ ਬੁਲਾਇਆ। ਨਿਜ ਨਿਸ ਪ੍ਰਸੰਗ ਕੋ ਸਰਬ ਸੁਨਾਇਓ, ਆਖਣ ਲੱਗਾ ਸਾਰਾ ਪ੍ਰਸੰਗ ਰਾਤ ਜੋ ਬੀਤਿਆ, ਸ਼ੇਰ ਛਾਤੀ ਤੇ ਚੜੇ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਰੁਮਾਲ ਹੱਥ ਵਿੱਚ ਪਕੜ ਕੇ ਉਹਨਾਂ ਨੂੰ ਪਿੱਛੇ ਧੱਕਿਆ, ਉਹ ਸਾਰਾ ਮੈਨੂੰ ਸੁਣਾਇਆ। ਲੈਨ ਹੇਤ ਜਬ ਮੋਹਿ ਪਠਾਵਾ, ਔਰ ਇਸ ਤਰ੍ਹਾਂ ਫਿਰ ਮੈਨੂੰ ਲੈਣ ਵਾਸਤੇ ਸਤਿਗੁਰੂ ਜੀ ਨੂੰ ਭੇਜਿਆ। ਦਾਰੁਨ ਸੇਰ ਨ ਫੇਰ ਦਿਖਾਵਾ, ਜਿਸ ਦਿਨ ਮੈਨੂੰ ਜਹਾਂਗੀਰ ਨੇ ਕਿਹਾ ਵੀ ਜਾਓ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜੋ ਸ਼ਰਤ ਰੱਖਣ ਮੰਨ ਕੇ ਲੈ ਆਵੋ, ਉਸ ਦਿਨ ਤੋਂ ਬਾਅਦ ਫਿਰ ਜਹਾਂਗੀਰ ਨੂੰ ਕੋਈ ਸ਼ੇਰ ਡਰਾਉਣ ਵਾਸਤੇ ਨਹੀਂ ਆਇਆ। ਤਿਨ ਕੇ ਕਹੇ 52 ਰਾਜੇ, ਫਿਰ ਸਾਹਿਬ ਜੀਆਂ ਦੇ ਬਚਨ ਅਨੁਸਾਰ
52 ਆਕੀ ਹੋਏ ਰਾਜੇ ਜਿਹੜੇ ਗਵਾਲੀਅਰ ਕੈਦ ਸਨ। ਹੋਰ ਦੀਏ ਆਪਣੇ ਸੁਖ ਕਾਜੇ, ਆਪਣਾ ਸੁਖ ਬਣਿਆ ਰਹੇ, ਜ਼ਿੰਦਗੀ ਬਣੀ ਰਹੇ, ਆਪਣੇ ਕੰਮ ਸਫਲ ਹੋਵਣ, ਇਸ ਲਈ ਮਹਾਰਾਜ ਜੀ ਦੇ ਆਖਿਆਂ 52 ਆਕੀ ਹੋਏ ਰਾਜਿਆਂ ਨੂੰ ਛੱਡਿਆ ਗਿਆ। ਨਿਕਟ ਬੁਲਾਏ ਅਧਿਕ ਸਨਮਾਨੇ, ਤੇ ਨੇੜ ਆਪਣੇ ਕੋਲ ਬੁਲਾਇਆ, ਮਹਿਲ ਵਿੱਚ ਚਰਨ ਪੁਆਏ, ਤੇ ਬਹੁਤ ਵੱਡਾ ਸਨਮਾਨ ਜਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਕੀਤਾ। ਜਬਰ ਜਵਾਹਰ ਅਰਪਨ ਠਾਨੇ, ਤੇ ਬਹੁਤ ਸਾਰੇ ਹੀਰੇ ਜਵਾਹਰਾਤ ਆਦਿਕ ਅਰਪਣ ਕੀਤੇ। ਤਿਨ ਕੇ ਕਹੇ ਚੰਦੂ ਗਹਿਵਾਇਓ, ਤੇ ਮਹਾਰਾਜ ਜੀ ਦੇ ਬਚਨ ਕਰਕੇ ਦੀਵਾਨ ਚੰਦੂ ਨੂੰ ਵੀ ਪਕੜਵਾ ਦਿੱਤਾ ਉਹਨਾਂ ਨੂੰ। ਪਿਤਾ ਬੈਰ ਤੇ ਗੁਰੂ ਮਰਵਾਇਓ, ਉਹਦਾ ਹਿਰਦਾ ਵੈਰ ਨਾਲ ਭਰਿਆ ਹੋਇਆ ਸੀ, ਇਸ ਲਈ ਸਤਿਗੁਰੂ ਪਾਤਸ਼ਾਹ ਜੀ ਦੇ ਸਿੱਖਾਂ ਨੇ ਉਹਦੇ ਸਿਰ ਵਿੱਚ ਪਨਹੀਆਂ ਮਾਰ-ਮਾਰ ਕੇ ਤੇ ਆਖਿਰ ਉਹ ਮਰ ਗਿਆ। ਕਰਾਮਾਤ ਕੇ ਧਨੀ ਵਡੇਰੇ, ਵੱਡੀਆਂ ਕਰਾਮਾਤਾਂ ਦੇ ਮਾਲਕ ਹਨ, ਧਨੀ ਹਨ। ਕਰੈ ਬਾਕ ਤੇ ਹੱਥ ਹੈ ਕਨੇਰੇ। ਔਰ ਇਸ ਤਰ੍ਹਾਂ ਦੇ ਨਾਲ ਆਖਣ ਲੱਗਾ, ਜਦੋਂ ਉਹਨਾਂ ਦੀ ਰਸਨਾ ਤੋਂ ਵਾਕ ਹੀ ਨਿਕਲ ਜਾਵੇ ਨਾ, ਬਚਨ ਹੀ ਨਿਕਲ ਜਾਵੇ, ਤੇ ਸਾਰਾ ਸੰਸਾਰ ਖਤਮ ਹੋ ਸਕਦਾ ਹੈ, ਕਨੇਰਿਆਂ ਨੂੰ ਮਾਰ ਸਕਦੇ ਹਨ। ਸੰਗ ਰਖੇ ਆਪਣੇ ਚਿਰਕਾਲ, ਜਹਾਂਗੀਰ ਨੇ ਆਪਣੇ ਨਾਲ ਬੜਾ ਲੰਬਾ ਸਮਾਂ ਸਤਿਕਾਰ ਨਾਲ ਰੱਖਿਆ। ਨਿਜ ਸੈਨਾ ਦੇ ਕਰ ਸੰਗ ਨਾਲ, ਤੇ ਉਹਨਾਂ ਦੀ ਸੁਰੱਖਿਆ ਵਾਸਤੇ ਆਪਣੇ ਸੈਨਿਕ ਵੀ ਸੇਵਾ ਵਿੱਚ ਅਰਪਣ ਕੀਤੀ ਰੱਖੇ। ਕਰਤ ਰਹਿਓ ਸਭ ਰੀਤ ਅਦਾਇਬ, ਹਰ ਤਰ੍ਹਾਂ ਨਾਲ ਤੁਹਾਡਾ ਪਿਤਾ ਜਹਾਂਗੀਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਤਿਕਾਰ ਕਰਦਾ ਰਿਹਾ। ਵਿਖ ਕਰ ਪ੍ਰੇਮ ਰਹੇ ਸੰਗ ਸਾਹਿਬ, ਔਰ ਇਸ ਤਰ੍ਹਾਂ ਪ੍ਰੇਮ ਵੇਖ ਕੇ ਜਹਾਂਗੀਰ ਦਾ ਤੇ ਗੁਰੂ ਹਰਗੋਬਿੰਦ ਸਾਹਿਬ ਨਾਲ ਰਹੇ। ਹੋਰ ਕੋਈ ਉਹਨਾਂ ਨੂੰ ਘਾਟਾ ਨਹੀਂ ਕਿਸੇ ਤਰ੍ਹਾਂ ਦਾ, ਪ੍ਰੇਮ ਦੇਖ ਕੇ ਹੀ ਨਾਲ ਰਹੇ। ਸੋ ਤੁਮ ਜਾਣਤ ਹੋ ਸਭ ਭਾਂਤ, ਉਹ ਸਾਰਾ ਤੁਹਾਨੂੰ ਆਪ ਨੂੰ ਹੀ ਪਤਾ ਹੈ, ਤੁਸੀਂ ਸਾਰਾ ਜਾਣਦੇ ਹੋ ਜਹਾਂਪਨਾ। ਕਹਾਂ ਸੁਣਾਵੋ ਮੈਂ ਕਰ ਬਾਤ, ਮੈਂ ਤੁਹਾਨੂੰ ਕੀ ਸੁਣਾਉਣਾ ਹੈ, ਤੁਸੀਂ ਆਪ ਹੀ ਸਾਰਾ ਦੇਖਿਆ ਹੋਇਆ ਹੈ। ਰਾਵਰ ਕੇ ਸਰੀਰ ਕੀ ਖੈਰ, ਬਾਕੀ ਸਾਡੇ ਵਾਸਤੇ ਹੋਰ ਕੋਈ ਗੱਲ ਨਹੀਂ ਜਹਾਂਪਨਾ, ਅਸੀਂ ਤੁਹਾਡੀ ਲੰਬੀ ਉਮਰ ਚਾਹੁੰਦੇ, ਤੁਹਾਡਾ ਸਰੀਰ ਠੀਕ ਰਹੇ, ਸੁਖ ਸਾਧਨ ਬਣੇ ਰਹਿਣ, ਅਸੀਂ ਤਾਂ ਇਹੀ ਚਾਹੁੰਦੇ ਹਾਂ। ਚਾਹੇ ਸਦਾ ਨਾ ਕਰੋ ਗੁਰ ਬੈਰ, ਤੇ ਬਾਕੀ ਤੁਹਾਨੂੰ ਇਹ ਰਾਏ ਦਿੰਦੇ ਆ ਵੀ ਕਦੀ ਵੀ ਗੁਰੂ ਘਰ ਨਾਲ ਵੈਰ ਨਾ ਕਰਨਾ। ਜਿਹੜਾ ਉਹਨਾਂ ਨਾਲ ਵੈਰ ਕਰਦਾ ਫਿਰ ਨਿਸਤੋ ਨਬੂਦ ਹੋ ਜਾਂਦਾ ਹੈ। ਅਜਮਤ ਜੁਤ ਸ੍ਰੀ ਨਾਨਕ ਗਾਦੀ, ਗੁਰੂ ਨਾਨਕ ਦੇਵ ਜੀ ਦਾ ਸਿੰਘਾਸਣ ਬਹੁਤ ਸ਼ਕਤੀਆਂ ਨਾਲ ਭਰਿਆ ਹੋਇਆ। ਉਹ ਘਰ ਕਰਾਮਾਤਾਂ ਨਾਲ ਭਰਿਆ ਹੋਇਆ, ਅਜ਼ਮਤਾਂ ਨਾਲ। ਕਰੇ ਸੇਵ ਬਨੀਅਤ ਅਹਲਾਦੀ, ਤੇ ਬਹੁਤ ਵੱਡੇ ਲੋਕ ਉਹਨਾਂ ਦੀ ਸੇਵਾ ਕਰਦੇ। ਜੇ ਸੇਵਾ ਕਰੀਏ ਤੇ ਫਿਰ ਔਲਾਦ ਦੀ ਖੁਸ਼ੀਆਂ ਬਣੀਆਂ ਰਹਿੰਦੀਆਂ ਹਨ। ਵਿਗੜਨ ਤੇ ਪਾਏ ਨ ਕਲਿਆਣ, ਤੇ ਜੇ ਕਿਸੇ ਕਾਰਨ ਉਸ ਘਰ ਨਾਲ ਵਿਗੜ ਜਾਵੇ ਤੇ ਫੇਰ ਕਲਿਆਣ ਨਹੀਂ ਹੋ ਸਕਦਾ। ਇਹ ਤੋ ਸਾਰੇ ਬਿਦਤ ਜਹਾਨ, ਇਹ ਗੱਲ ਤਾਂ ਜਹਾਂਪਨਾ ਵਜ਼ੀਰ ਖਾਂ ਕਹਿ ਰਿਹਾ, ਸਾਰੇ ਸੰਸਾਰ ਤੇ ਵਿਦਤ ਹੈ। ਭਾਵ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੈ ਕਿ ਗੁਰੂ ਨਾਨਕ ਦੇ ਘਰ ਨਾਲ ਅੜਿਆ ਸੋ ਝੜਿਆ ਤੇ ਸ਼ਰਨ ਪਿਆ ਸੋ ਤਰਿਆ। ਉਹ ਘਰ ਐਸਾ ਹੈ। ਤੇ ਮੀਆਂ ਮੀਰ ਆਦਿਕ ਵੀ, ਮੀਆਂ ਮੀਰ ਪੀਰ ਗੰਭੀਰ, ਬੜਾ ਗੈਰ ਗੰਭੀਰ ਪੀਰ ਸੀ ਸਾਈਂ ਮੀਆਂ ਮੀਰ। ਮਾਨੈ ਤੁਰਕਾਂ ਨੂੰ ਲਖ ਤੀਰ, ਉਸ ਧੀਰਜਵਾਨ ਪੁਰਖ ਨੂੰ ਸਾਰਾ ਤੁਰਕਾਨਾ, ਸਾਰੇ ਤੁਰਕ ਮੰਨਦੇ ਨੇ। ਤਿਨੋਂ ਅਦਾਇਬ ਕੇਤਕ ਰਾਖਾ, ਉਹ ਸਵਯੰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਦਬ ਕਰਦੇ ਨੇ। ਘੋੜੇ ਤੇ ਚੜਨ ਲੱਗਿਆ ਆਪਣਾ ਸੀਸ ਅੱਗੇ ਕਰਦੇ ਨੇ ਕਿ ਮਹਾਰਾਜ ਰਕਾਬ 'ਚ ਪੈਰ ਨਾ ਰੱਖੋ, ਮੇਰੇ ਸਿਰ ਤੇ ਰੱਖੋ। ਉਹ ਦਰਗਾਹ ਤੱਕ ਪਹੁੰਚੀ ਹੋਈ ਆਤਮਾ ਹੈ। ਤੁਮ ਪੁੱਛਾ ਗੁਰ ਜਸ ਅਤ ਭਾਖਾ, ਔਰ ਇਸ ਤਰ੍ਹਾਂ ਦੇ ਨਾਲ ਤੁਸੀਂ ਜਿਵੇਂ ਪੁੱਛਿਆ ਹੈ ਉਸ ਤਰ੍ਹਾਂ ਦੱਸਿਆ ਹੈ ਗੁਰੂ ਦਾ ਜਸ। ਗੁਰ ਖੁਦਾਏ ਕੇ ਰੂਪ ਬਤਾਏ, ਤੁਹਾਨੂੰ ਸਾਈਂ ਮੀਆਂ ਮੀਰ ਨੇ ਦੱਸਿਆ ਵੀ ਉਹ ਖੁਦਾ ਰੂਪ ਹਨ, ਆਪ ਖੁਦਾ ਹਨ। ਸਕਲ ਪੀਰ ਜੇ ਨਿਸ ਦਿਨ ਧਿਆਏ, ਸਾਰੇ ਸੰਸਾਰ ਦੇ ਸਾਧੂ ਮਹਾਂਪੁਰਖ ਦਿਨ ਰਾਤ ਜਿਸ ਖੁਦਾ ਨੂੰ ਯਾਦ ਕਰਦੇ ਹਨ, ਜਪਦੇ ਹਨ,
ਉਹ ਖੁਦਾ ਗੁਰੂ ਹਰਗੋਬਿੰਦ ਸਾਹਿਬ ਹਨ। ਜੇ ਰਿਸ ਕਰ ਸ੍ਰੀ ਹਰਿ ਗੋਬਿੰਦ। ਔਰ ਇਸ ਤਰ੍ਹਾਂ ਦੇ ਨਾਲ ਜੇ ਕਿਧਰੇ ਕ੍ਰੋਧਿਤ ਹੋ ਜਾਵਣ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਇਹ ਵਜ਼ੀਰ ਖਾਂ ਕਹਿ ਰਿਹਾ ਹੈ, ਕਹੈ ਕੁਵਾਕ ਬਨ ਸਤਰੂ ਮਨਿੰਦ। ਤੇ ਜੇ ਉਹਨਾਂ ਦੇ ਰਸਨਾ ਤੋਂ ਕੋਈ ਸ਼ਤਰੂ ਬਣ ਕੇ, ਸ਼ਤਰੂ ਸਮਝ ਕੇ, ਸ਼ਤਰੂ ਵਾਂਗੂ ਕੋਈ ਬੋਲ ਨਿਕਲ ਜਾਵੇ ਤਾਂ ਹੁਣ ਉਪਾਏ ਨਹਿ ਬਨਹਿ ਕੋਈ। ਫਿਰ ਉਹਨਾਂ ਦੇ ਬਚਨ ਤੋਂ ਬਚਾਓ ਦਾ ਕੋਈ ਉਪਾਅ ਨਹੀਂ ਬਣ ਸਕਦਾ। ਜੋ ਉਹਨਾਂ ਦੇ ਮੂੰਹ ਨਿਕਲ ਗਿਆ ਉਹ ਤਤਕਾਲ ਹੋ ਜਾਵੇਗਾ। ਮਿਟ ਹੈ ਨਹੀਂ ਸਫਲ ਸੋ ਹੋਈ। ਉਹਨਾਂ ਦਾ ਬਚਨ ਮਿਟਾਇਆ ਨਹੀਂ ਜਾ ਸਕਦਾ। ਚੰਗਾ ਹੋਵੇ ਮਾੜਾ ਹੋਵੇ, ਉਹਨੇ ਆਪਣਾ ਅਸਰ ਦਿਖਾਉਣਾ ਹੀ ਹੁੰਦਾ ਹੈ। ਕੁਸਲ ਸਰੀਰ ਆਪ ਕੀ ਚਾਹੀ। ਬਾਕੀ ਮੈਂ ਤਾਂ ਤੁਹਾਡੀ ਹੀ ਚੜ੍ਹਦੀ ਕਲਾ ਚਾਹੁੰਦਾ ਹਾਂ। ਜਾਂ ਤੇ ਮੈਂ ਤੁਮ ਸੋ ਇਮ ਕਹੀ। ਇਸ ਲਈ ਮੈਂ ਤੁਹਾਨੂੰ ਜੋ ਸਮਝ ਆਇਆ ਉਹ ਕਹਿ ਦਿੱਤਾ। ਅਜੇ ਹੋਰ ਵੀ ਬਚਨ ਇਹਨੇ ਆਖੇ ਹਨ, ਪਰ ਹੁਣ ਵਕਤ ਦਾ ਤਕਾਜ਼ਾ ਹੈ। ਬਾਕੀ ਵਿਚਾਰ ਕੱਲ ਆਪ ਸਰਵਣ ਕਰੋਗੇ। ਬੜੀ ਇਕਾਗਰਤਾ ਤੇ ਪ੍ਰੇਮ ਨਾਲ ਆਪ ਸਭ ਨੇ ਸਰਵਣ ਕੀਤਾ। ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਜ਼ਰੂਰ ਨਿਮਾਣੇ ਸੇਵਕਾਂ ਦੀ ਝੋਲੀ ਚ ਪਾ ਦੇਣਾ। ਔਰ ਆਓ ਸਾਰੇ ਮਿਲ ਕੇ 2 ਮਿੰਟ ਮਹਾਮੰਤਰ ਗੁਰਮੰਤਰ ਦੇ ਜਾਪ ਨਾਲ ਜੁੜੀਏ, ਫਿਰ ਅਰਦਾਸ ਤੇ ਖਿਮਾ ਪ੍ਰਾਰਥੀ ਹੋਵਾਂਗੇ। ਕੋਈ ਰਸਨਾ ਵਾਂਝੀ ਨਾ ਰਹੇ। ਜਿਹੜੇ ਘਰਾਂ 'ਚ ਸਰਵਣ ਕਰ ਰਹੇ ਉਹ ਵੀ ਸਾਰੇ ਮਿਲ ਕੇ ਜਾਪ ਕਰੀਏ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਾਦਰੇ ਹਰ ਕਾਰ ਗੁਰੂ ਗੋਬਿੰਦ ਸਿੰਘ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜੀ ਕੇ ਚਰਨ ਕਮਲਾਂ ਦਾ ਕੋਟਾਨ ਕੋਟ ਰੋਮ ਰੋਮ ਸ਼ੁਕਰਾਨਾ ਹੈ। ਆਪ ਨੇ ਮਿਹਰ ਕੀਤੀ, ਆਪਣੇ ਘਰ ਦੀਆਂ ਹਾਜ਼ਰੀਆਂ ਬਖਸ਼ੀਆਂ ਹਨ। ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਭਾਵਨਾਵਾਂ ਦਰ ਪ੍ਰਵਾਨ ਕਰੋ। ਦਰੋਂ ਕਰੋ ਸਿੱਖੀ ਨਾਮਦਾਨ ਅੰਮ੍ਰਿਤ ਵੇਲਾ ਚੜ੍ਹਦੀ ਕਲਾ। ਹਰ ਪ੍ਰਕਾਰ ਦੀਆਂ ਖੁਸ਼ੀਆਂ ਖੇੜਿਆਂ ਨਾਲ ਝੋਲੀਆਂ ਭਰੋ। ਕਰੋਨਾ ਮਹਾਮਾਰੀ ਦਾ ਸਮੂਲ ਵਿਨਾਸ਼ ਕਰੋ ਜੀ ਮਹਾਰਾਜ। ਜੋ ਜੀ ਆਪ ਜੀ ਕੇ ਘਰ ਆਵੇ ਸੋ ਰਾਜੀ ਜਾਵੇ, ਸੁਖ ਹੋਵੇ ਨਾਮ ਚਿਤ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ ਸਤਨਾਮ ਸਤ